ਘਟਣ ਦੇ ਨਾਲ ਰਿਆਇਤਾਂ ਵੱਧ ਗਈਆਂ ਨੇ। ਪੰਜਾਬ ਦੇ ਵਿੱਚ ਅੱਜ ਤੋਂ ਜੋ ਨਵੀਆਂ ਰਿਆਇਤਾਂ ਦਿੱਤੀਆਂ ਗਈਆਂ ਸੀ ਲਾਗੂ ਹੋ ਗਈਆਂ ਨੇ। ਸ਼ਾਮ 6 ਵਜੇ ਤੱਕ ਦੁਕਾਨਾਂ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਯਾਨੀ ਕਿ ਪੰਜਾਬ ਦੇ ਵਿੱਚ ਦੁਕਾਨਾਂ ਅੱਜ ਤੋਂ 6 ਵਜੇ ਤੱਕ ਖੁੱਲ ਸਕਣਗੀਆਂ ਤੇ ਇਸ ਤੋਂ ਇਲਾਵਾ ਸ਼ਨੀਵਾਰ ਨੂੰ ਵੀਕਐਂਡ ਲਾਕਡਾਊਨ ਖਤਮ ਕਰ ਦਿੱਤਾ ਗਿਆ ਹੈ। ਹੁਣ ਸਿਰਫ ਐਤਵਾਰ ਦਾ ਵੀਕਐਂਡ ਲਾਕਡਾਊਨ ਰਹਿ ਗਿਆ ਹੈ। ਸ਼ਨੀਵਾਰ ਨੂੰ ਪੰਜਾਬ ਦੇ ਵਿੱਚ ਵੀਕਐਂਡ ਲਾਕਡਾਊਨ ਨਹੀਂ ਹੋਵੇਗਾ ਤੇ ਨਾਈਟ ਕਰਫਿਊ ਦੇ ਵਿੱਚ ਵੀ 1 ਘੰਟੇ ਦੀ ਰਾਹਤ ਦਿੱਤੀ ਗਈ ਹੈ। ਨਾਈਟ ਕਰਫਿਊ ਹੁਣ 6 ਵਜੇ ਦੀ ਬਜਾਏ ਸ਼ਾਮ 7 ਵਜੇ ਲੱਗੇਗਾ, ਸ਼ਾਮ 7 ਵਜੇ ਤੋਂ ਸਵੇਰ 6 ਵਜੇ ਤੱਕ। ਇਸ ਤੋਂ ਇਲਾਵਾ ਸੂਬੇ ਦੇ ਵਿੱਚ ਐਂਟਰੀ ਦੇ ਲਈ ਤੁਹਾਨੂੰ ਕੋਰੋਨਾ ਰਿਪੋਰਟ ਲਾਜ਼ਮੀ ਨਹੀਂ ਹੈ। ਜੇਕਰ ਤੁਸੀਂ ਬਾਹਰੋਂ ਕਿਤੋਂ ਆ ਰਹੇ ਹੋ ਤਾਂ ਨਾਲ ਹੀ ਵਿਆਹ ਸਮਾਗਮਾਂ ਦੇ ਵਿੱਚ ਜੋ 10 ਲੋਕ ਸ਼ਾਮਿਲ ਹੋ ਸਕਦੇ ਸੀ ਉਹਨਾਂ ਦੀ ਗਿਣਤੀ ਵਧਾ ਕੇ 20 ਕਰ ਦਿੱਤੀ ਗਈ ਹੈ ਤੇ ਅਗਲੇ ਹਫ਼ਤੇ ਤੋਂ ਖੁੱਲ ਸਕਦੇ ਨੇ ਜਿਮ ਅਤੇ ਰੈਸਟੋਰੈਂਟ। ਇਸ ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਜੋ ਜਿਮ ਮਾਲਕ ਸੀ ਉਹ ਇਹ ਮੰਗ ਕਰ ਰਹੇ ਸੀ ਕਿ ਜਿਮ ਵੀ ਖੋਲੇ ਜਾਣ ਕਿਉਂਕਿ ਲੋਕ ਜੇਕਰ ਫਿਟ ਰਹਿਣਗੇ ਤਾਂ ਹੀ ਜੋ ਹੈ ਉਹ ਕੋਰੋਨਾ ਨੂੰ ਮਾਤ ਦੇ ਸਕਣਗੇ। ਤਾਂ ਜਿਮ ਖੋਲਣ ਦੀ ਬੜੇ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਤਾਂ ਕੋਰੋਨਾ ਦੇ ਘਟ ਰਹੇ ਕੇਸਾਂ ਦੇ ਕਰਕੇ ਪਾਬੰਦੀਆਂ ਸਰਕਾਰ ਨੇ ਹਟਾ ਦਿੱਤੀਆਂ ਨੇ ਤੇ ਰਿਲੈਕਸੇਸ਼ਨ ਜੋ ਹੈ ਉਹ ਜ਼ਿਆਦਾ ਦਿੱਤੀ ਗਈ ਹੈ। ਫਿਲਹਾਲ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੋ ਵੱਡੇ ਹੌਟਸਪੌਟ ਸ਼ਹਿਰ ਰਹੇ ਨੇ ਉਹਨਾਂ ਦੇ ਵਿੱਚ ਫਿਲਹਾਲ ਇਹਨਾਂ ਰਿਆਇਤਾਂ ਦੇ ਲਾਗੂ ਹੋਣ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਹੈ ਸਿੱਧਾ ਰੁਖ ਕਰਦੇ ਹਾਂ। ਅੰਮ੍ਰਿਤਸਰ ਤੋਂ ਅਮਿਤ ਸ਼ਰਮਾ, ਬਠਿੰਡਾ ਤੋਂ ਸੂਰਜਪਾਨ ਸਾਡੇ ਸਹਿਯੋਗੀ ਤੇ ਜਲੰਧਰ ਤੋਂ ਸੁਰਿੰਦਰ ਕੰਬੋਜ ਜੁੜੇ ਨੇ। ਤਾਂ ਸਭ ਤੋਂ ਪਹਿਲਾਂ ਜਲੰਧਰ ਦਾ ਹਾਲ ਜਾਣਦੇ ਹਾਂ ਕਿਉਂਕਿ ਦੁਆਬੇ ਦਾ ਸਭ ਤੋਂ ਵੱਡਾ ਹੌਟਸਪੌਟ ਰਿਹਾ ਹੈ। ਤਾਂ ਸੁਰਿੰਦਰ, ਦੁਕਾਨਦਾਰਾਂ ਦੇ ਲਈ ਇਹ ਜ਼ਰੂਰ ਵੱਡੀ ਰਿਆਇਤ ਦਿੱਤੀ ਗਈ ਹੈ ਕਿ ਸ਼ਾਮ ਦੇ 6 ਵਜੇ ਤੱਕ ਸਮਾਂ ਕਰ ਦਿੱਤਾ ਗਿਆ ਹੈ। ਸ਼ਨੀਵਾਰ ਦਾ ਵੀਕਐਂਡ ਲਾਕਡਾਊਨ ਹਟਾ ਦਿੱਤਾ ਗਿਆ ਹੈ। ਕਿੰਨਾ ਕਿਸ ਫੈਸਲੇ ਨੂੰ ਸਵਾਗਤ ਵਜੋਂ ਦੇਖ ਰਹੇ ਨੇ? ਕਿਸ ਤਰ੍ਹਾਂ ਦਾ ਦੁਕਾਨਦਾਰਾਂ ਦਾ ਤੇ ਆਮ ਲੋਕਾਂ ਦਾ ਇਸ ਫੈਸਲੇ ਤੇ ਪ੍ਰਤੀਕਰਮ ਹੈ? ਬਿਲਕੁਲ ਅਮਰਿਤ, ਜਿੱਦਾਂ ਕਿ ਕੋਰੋਨਾ ਦੇ ਜਿਹੜੇ ਮਾਮਲੇ ਹੈਗੇ ਲਗਾਤਾਰ ਗ੍ਰਾਫ ਜਿਹੜਾ ਡਿੱਗਦਾ ਜਾ ਰਿਹਾ, ਉਦਾਂ ਸਰਕਾਰਾਂ ਵੱਲੋਂ ਵੀ ਦੁਕਾਨਦਾਰਾਂ ਨੂੰ ਰਾਹਤ ਦਿੱਤੀ ਗਈ ਹੈ। ਔਰ ਜਿਹੜਾ ਸ਼ਨੀਵਾਰ ਤੇ ਐਤਵਾਰ ਦਾ ਲਾਕਡਾਊਨ ਸੀਗਾ ਉਹਦੇ ਵਿੱਚ ਸ਼ਨੀਵਾਰ ਨੂੰ ਬਾਜ਼ਾਰ ਖੁੱਲਣ ਦੀ ਆਗਿਆ ਜਿਹੜੀ ਹੈਗੀ ਸਰਕਾਰ ਵੱਲੋਂ ਦੇ ਦਿੱਤੀ ਗਈ ਆ। ਹੋਰ ਵੀ ਕਾਫੀ ਰਿਆਇਤਾਂ ਜਿਹੜੀਆਂ ਹੈਗੀਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ, ਜਿਵੇਂ ਕਿ ਜਲਦ ਹੀ ਜਿਹੜੇ ਜਿਮ ਹੈਗੇ ਨੇ, ਰੈਸਟੋਰੈਂਟ ਹੈਗੇ ਨੇ, ਹੋਟਲ ਹੈਗੇ ਨੇ, ਉਹ ਵੀ ਖੁੱਲ ਸਕਦੇ ਨੇ ਕਿਉਂਕਿ ਜਿੱਦਾਂ ਕੋਰੋਨਾ ਦਾ ਗ੍ਰਾਫ ਜਿਹੜਾ ਡਾਊਨ ਹੁੰਦਾ ਜਾ ਰਿਹਾ ਉਦਾਂ ਸਰਕਾਰ ਵੱਲੋਂ ਰਿਲੈਕਸੇਸ਼ਨ ਵੀ ਜਿਹੜੀ ਹੈਗੀ ਇਹਨਾਂ ਅਦਾਰਿਆਂ ਨੂੰ ਦਿੱਤੀ ਜਾ ਰਹੀ ਹੈ। ਔਰ ਜਿਹੜੇ ਡਿਪਟੀ ਕਮਿਸ਼ਨਰ ਹੈਗੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਉਹਨਾਂ ਵੱਲੋਂ ਵੀ ਜਿਹੜਾ ਫੇਰ ਬਦਲ ਹੈਗਾ ਇਹਨਾਂ ਆਦੇਸ਼ਾਂ ਦੇ ਵਿੱਚ ਕੀਤਾ ਜਾ ਸਕਦਾ। ਜਿਵੇਂ ਕਿ ਜਿਹੜੇ ਹੋਟਲ ਹੈਗੇ, ਰੈਸਟੋਰੈਂਟ ਹੈਗੇ ਆ, ਇਹਨਾਂ ਨੂੰ ਜਿਹੜੇ SOP ਜਿਹੜੀ ਜਾਰੀ ਕਰਨੀ ਹੈਗੀ ਸਰਕਾਰ ਨੇ ਕਿਉਂਕਿ ਵੈਕਸੀਨੇਸ਼ਨ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਹੈਗੀ ਇਹਨਾਂ ਮਾਮਲਿਆਂ ਦੇ ਵਿੱਚ। ਤਾਂ ਹੀ ਜਿਹੜੇ ਰੈਸਟੋਰੈਂਟ, ਹੋਟਲ, ਜਿਮ ਜਿਹੜੇ ਹੈਗੇ ਉਹ ਖੁੱਲ ਸਕਦੇ ਨੇ ਕਿਉਂਕਿ ਸਟਾਫ ਜਿਹੜਾ ਜਿਮ ਦਾ ਹੋਏਗਾ ਜਾਂ ਹੋਟਲ ਦਾ ਹੋਏਗਾ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਚਾਹੀਦਾ ਆ। ਔਰ ਨੰਬਰ 2 ਸੈਨੀਟਾਈਜੇਸ਼ਨ ਜਿਹੜੀ ਹੈਗੀ ਆ ਉਹ ਹੋਣੀ ਬਹੁਤ ਜ਼ਰੂਰੀ ਹੈਗੀ ਆ। ਔਰ 50% ਦੇ ਹਿਸਾਬ ਨਾਲ 50% ਦੇ ਹਿਸਾਬ ਨਾਲ ਜਿਹੜੇ ਲੋਕ ਹੈਗੇ ਆ ਇੱਥੇ ਦਾਖਲ ਹੋ ਸਕਦੇ ਆ। ਇਵੇਂ ਵਿਆਹ ਸ਼ਾਦੀਆਂ ਦੇ ਮਾਮਲਿਆਂ ਦੇ ਵਿੱਚ ਵੀ ਸਰਕਾਰ ਵੱਲੋਂ ਰਿਆਇਤ ਦਿੱਤੀ ਗਈ। ਜਿੱਥੇ 10 ਲੋਕ ਸ਼ਾਮਲ ਹੋ ਸਕਦੇ ਸੀ ਵਿਆਹ ਸ਼ਾਦੀਆਂ ਵਿੱਚ, ਉੱਥੇ ਹੁਣ 20 ਲੋਕਾਂ ਦੇ ਸ਼ਾਮਲ ਹੋਣ ਦੀ ਵੀ ਗੱਲ ਕਹੀ ਗਈ ਆ ਸਰਕਾਰ ਵੱਲੋਂ। ਔਰ ਇਸ ਵੇਲੇ ਹੋਟਲ ਦੇ ਵਿੱਚ ਖੜੇ ਆ ਔਰ ਜਿਹੜੇ ਮਾਲਕ ਜਿਹੜੇ ਹੈਗੇ, MD ਜਿਹੜੇ ਹੈਗੇ ਉਹ ਵੀ ਇੱਥੇ ਆਏ ਹੋਏ ਨੇ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਛਾ ਸਰ, ਸਰਕਾਰ ਵੱਲੋਂ ਜਲਦ ਹੀ ਜਿਹੜੇ ਹੋਟਲ, ਰੈਸਟੋਰੈਂਟ, ਜਿਹੜੇ ਜਿਮ ਹੈਗੇ ਉਹ ਖੁੱਲਣ ਦੀ ਗੱਲ ਕਹੀ ਗਈ ਆ ਔਰ ਜਿਹੜੇ ਸਟਾਫ ਹੈਗੇ ਹੋਟਲ ਦੇ ਉਹਨਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਚਾਹੀਦਾ ਔਰ ਸੈਨੀਟਾਈਜੇਸ਼ਨ ਦੀ ਵੀ ਗੱਲ ਕੀਤੀ ਗਈ ਆ। ਕਿੱਦਾਂ ਦੇਖ ਰਹੇ ਜਿਹੜਾ ਹੁਣ ਵਪਾਰ ਤੁਹਾਡੇ ਜਿਹੜੇ ਦੁਬਾਰਾ ਲੀਹਾਂ ਤੇ ਆਉਣ ਵਾਲੇ ਹੈਗੇ? ਕਾਫੀ ਉਮੀਦਾਂ ਹੈਗੀਆਂ ਵੀ ਦੁਬਾਰਾ ਵਪਾਰ ਲੀਹਾਂ ਤੇ ਆਏਗਾ, ਪਰ ਕਾਫੀ ਸਮੇਂ ਤੋਂ ਤਾਂ ਅਸੀਂ ਵਿਹਲੇ ਬੈਠੇ ਆ, ਕੰਮ ਕਰਦਾ ਹੈ ਨਹੀਂ ਗੇ। ਬਾਕੀ ਜਿਹੜੇ ਸਫਾਈਆਂ ਤੇ ਲੱਗੇ ਆ, ਜਿਹੜੇ ਸਫਾਈ ਵਾਲੇ ਬੰਦੇ ਉਹਨਾਂ ਨੂੰ ਸਫਾਈਆਂ ਤੇ ਰੱਖਿਆ, ਸਟਾਫ ਵੀ ਸਾਰਾ ਰੱਖਿਆ ਹੋਇਆ। ਜਿਹੜੇ ਖਰਚੇ ਆ ਜਾਂ ਬਿਜਲੀ ਦੇ ਖਰਚੇ ਆ ਜਾਂ ਉਹ ਸਾਰੇ ਉਹ ਐਜ਼ ਇਟ ਇਜ਼ ਚੱਲ ਰਹੇ ਹੈਗੇ ਆ। ਬਾਕੀ ਜਿਹੜੇ ਸਟਾਫ ਹੈ ਉਹਨੂੰ ਵਿਚਾਰੇ ਨੂੰ ਕੰਮ ਤੇ ਲਾਇਆ ਹੋਇਆ, ਜਿੰਨੀ ਸਫਾਈ ਕਰ ਸਕਦੇ। ਜਿੱਦਾਂ ਵੈਕਸੀਨ ਦੀ ਗੱਲ ਕੀਤੀ ਗਈ ਸਰਕਾਰ ਵੱਲੋਂ ਵੀ ਪੂਰਾ ਸਟਾਫ ਵੈਕਸੀਨੇਸ਼ਨ ਹੋਣਾ ਚਾਹੀਦਾ, ਕਿੰਨੇ ਕੁ ਲੋਕਾਂ ਨੇ ਹੋਟਲ ਦੇ ਨੇ ਜਿਹੜੇ ਵੈਕਸੀਨੇਟ ਹੋ ਚੁੱਕੇ ਆ? ਅਸੀਂ ਸਾਰੇ ਵੈਕਸੀਨੇਟ ਕਰਵਾ ਲਈ ਹੋਈ ਸਾਰਿਆਂ ਦੇ। ਅਸੀਂ ਆਪਣੇ ਜਿਹੜੇ ਸਟਾਫ ਸੀ ਨਾਲ ਲਿਜਾ ਕੇ ਇੱਥੇ ਸਤਸੰਗ ਕਰ ਰਾਧਾ ਸਵਾਮੀ ਸਤਸੰਗ ਕਰ ਸਾਰਿਆਂ ਦੀ ਵੈਕਸੀਨ ਕਰਵਾਈ ਹੋਈ। ਪਹਿਲਾ ਡੋਜ਼ ਲੱਗਾ ਜਾਂ ਦੋ ਡੋਜ਼ਾਂ ਪੂਰੀਆਂ ਹੋ ਚੁੱਕੀਆਂ? ਇੱਕ ਡੋਜ਼ ਹੀ ਲੱਗੀ, ਦੂਜੀ ਦੀ ਵੇਟ ਹੀ ਕਰਦੇ ਆ ਹਲੇ। ਵੈਕਸੀਨ ਮੈਨੂੰ ਲੱਗਦਾ ਥੋੜੀ ਪਿੱਛੇ ਸ਼ਾਰਟੇਜ ਹੈਗੀ ਆ। ਬਾਕੀ ਤੁਹਾਡੇ ਵੱਲੋਂ ਜੇ ਸਰਕਾਰ ਆਦੇਸ਼ ਦਿੰਦੀ ਆ ਖੋਲਣ ਦੇ, ਤੁਹਾਡੇ ਵੱਲੋਂ ਪੂਰੀ ਤਿਆਰੀ ਹੈਗੀ ਆ ਹੋਟਲ ਦੇ ਮੈਨੇਜਰ? ਹਾਂਜੀ, ਅਸੀਂ ਤਾਂ ਤਿਆਰ ਹਾਂ ਜੀ। ਦੇਖੋ ਜੀ, ਤਾਂ ਸ਼ੁਰੂ ਤੋਂ ਤਿਆਰ ਹੀ ਬੈਠੇ ਰਹਿੰਦੇ ਆਪਾਂ ਤਾਂ ਵੀ ਕੋਈ ਕਸਟਮਰ ਆਵੇ, ਕੋਈ ਕੁਛ ਨਹੀਂ ਬਾਹਰ, ਹੁਣ ਕੋਈ ਕਸਟਮਰ ਨਹੀਂ ਹੈਗਾ, ਟਾਈਮ ਪਾਸ ਹੀ ਕਰਦੇ ਪਏ ਹਲੇ, ਤਾਂ ਵਿਹਲੇ ਬੈਠੇ। ਇਹ ਸਨ ਹੋਟਲ ਦੇ ਜਿਹੜੇ ਮੈਨੇਜਰ ਜਿਹੜੇ ਹੈਗੇ ਆ ਉਹਨਾਂ ਨੇ ਗੱਲਬਾਤ ਕੀਤੀ ਵੀ ਸਾਡੇ ਵੱਲੋਂ ਤਿਆਰੀ ਪੂਰੀ ਹੈਗੀ। ਔਰ ਜੇ ਵੈਕਸੀਨੇਟ ਦੀ ਗੱਲ ਕੀਤੀ ਜਾਵੇ ਸਰਕਾਰ ਵੱਲੋਂ, ਔਰ ਉਹਨਾਂ ਦਾ ਕਹਿਣਾ ਵੀ ਅਸੀਂ ਆਪਣੇ ਸਟਾਫ ਨੂੰ ਆਪ ਨਾਲ ਲਿਜਾ ਕੇ ਵੈਕਸੀਨੇਸ਼ਨ ਜਿਹੜੀ ਹੈਗੀ ਉਹ ਕਰਵਾ ਚੁੱਕੇ ਆ ਔਰ ਸਰਕਾਰ ਦੇ ਜਿੱਦਾਂ ਹੀ ਆਦੇਸ਼ ਹੁੰਦੇ ਆ ਉਹ ਆਪਣੀ ਤਿਆਰੀ ਪੂਰੀ ਤਰ੍ਹਾਂ ਕਰ ਚੁੱਕੇ ਹੈਗੇ ਨੇ। ਅਮਰਿਤ।
ਬਿਲਕੁਲ ਸੁਰਿੰਦਰ, ਤਾਂ ਦੁਕਾਨਦਾਰ ਤਾਂ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਹੁੰਦੇ ਨੇ ਹਰ ਹਫਤੇ ਕਿ ਨਵੀਆਂ ਗਾਈਡਲਾਈਨਸ ਆਉਣ ਤੇ ਉਹਨਾਂ ਦੇ ਵਿੱਚ ਸਾਡੇ ਲਈ ਕੀ ਰਾਹਤ ਮਿਲਦੀ ਹੈ। ਸੂਰਜ ਪਾਨ ਸਾਡੇ ਸਹਿਯੋਗੀ ਬਠਿੰਡਾ ਤੋਂ ਜੁੜੇ ਨੇ। ਤਾਂ ਸੂਰਜ, ਲਗਾਤਾਰ ਬਠਿੰਡਾ ਤੋਂ ਕਈ ਵਾਰ ਤੁਸੀਂ ਵੀ ਤਸਵੀਰਾਂ ਜਿਹੜੀਆਂ ਦਿਖਾਈਆਂ ਕਿ ਜਿਮ ਮਾਲਕ ਬਾਰ-ਬਾਰ ਆ ਕੇ ਪ੍ਰਦਰਸ਼ਨ ਕਰਦੇ ਸੀ ਕਿ ਜਿਮ ਖੋਲੇ ਜਾਣ। ਖੈਰ ਉਹ ਤਾਂ ਅਗਲੇ ਹਫਤੇ ਫੈਸਲਾ ਹੋਵੇਗਾ, ਪਰ ਹੁਣ ਜੋ ਰਿਆਇਤ ਦਿੱਤੀ ਗਈ ਹੈ ਸਮਾਂ ਵਧਾਉਣ ਦੀ, ਇਸ ਦੇ ਨਾਲ ਹੀ ਸ਼ਨੀਵਾਰ ਦਾ ਵੀਕਐਂਡ ਲਾਕਡਾਊਨ ਖਤਮ ਕਰ ਦਿੱਤਾ ਗਿਆ ਹੈ। ਕਿੰਨਾ ਕੁ ਉਸ ਦਾ ਜੋ ਚੰਗਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਜਾਂ ਕਿਸ ਤਰ੍ਹਾਂ ਦਾ ਦੁਕਾਨਦਾਰਾਂ ਦਾ ਪ੍ਰਤੀਕਰਮ ਹੈ, ਕਿਸ ਤਰ੍ਹਾਂ ਸਰਕਾਰ ਦੇ ਫੈਸਲੇ ਨੂੰ ਦੇਖ ਰਹੇ ਨੇ? देखो चंगी खबर तो यही है कि कोविड के पेशेंट ने जिहड़े घटते जा रहे हैं, तां करके बाजार तुसीं वेख सकते हो मार्केट दे विच रौनक है दोबारा तो परतन लगी है। क्योंकि पहला शनिवार ते ऐतवार भी पूरे मार्केट दुकानां जिहड़ियां बंद हुंदियां सी, सरनाटा पसरिया हुंदा सी बाजारां दे विच। हुण दोबारा तो रौनक आउणी शुरू हो गई है बाजारां दे विच, क्योंकि मामले घट रहे हैं। दूसरे पासे सरकार की गाइडलाइन दे विच थोड़ी जी नरमी नज़र आ रही है, क्योंकि ਜਿਹੜਾ ਵੀਕਐਂਡ ਲਾਕਡਾਊਨ ਕਹਿ ਸਕਦੇ 2 ਦਿਨਾਂ ਦਾ ਉਹ ਖਤਮ ਕਰ ਦਿੱਤਾ ਗਿਆ। ਉਸ ਦੇ ਵਿੱਚ ਸ਼ਨੀਵਾਰ ਨੂੰ ਜਿਹੜੀ ਰਾਹਤ ਦਿੱਤੀ ਹੈ ਕਿ ਮਾਰਕੀਟਸ ਖੁੱਲਣਗੀਆਂ, ਦੁਕਾਨਾਂ ਖੁੱਲਣਗੀਆਂ, ਤਾਂ ਕਰਕੇ ਫਿਲਹਾਲ ਦੁਕਾਨਦਾਰ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਨੇ। ਦੂਸਰੇ ਪਾਸੇ ਜਿਹੜੇ ਕੋਵਿਡ ਦੇ ਪੇਸ਼ੈਂਟ ਘਟ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਜਾ ਕੇ ਰਾਹਤ ਵਾਲੀ ਖਬਰ ਹੈ, ਤਾਂ ਕਰਕੇ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਸੋਚਦੇ ਕੀ ਨੇ। ਭਾਜੀ, ਰਾਹਤ ਮਿਲੀ ਹੈ ਸਰਕਾਰ ਤੋਂ, 2 ਰਾਹਤਾਂ ਨੇ। ਇੱਕ ਤਾਂ ਵੱਡੀ ਰਾਹਤ ਹੈ ਕਿ ਕੋਵਿਡ ਦੇ ਪੇਸ਼ੈਂਟ ਘਟ ਰਹੇ ਨੇ, ਦੂਸਰੀ ਰਾਹਤ ਹੈ ਕਿ ਸ਼ਨੀਵਾਰ ਨੂੰ ਮਾਰਕੀਟ ਖੁੱਲੂਗੀ। ਹੋਰ ਵੀ ਰਿਆਇਤਾਂ ਸਰਕਾਰ ਨੇ ਦਿੱਤੀਆਂ ਨੇ। ਬਿਲਕੁਲ ਸਰਕਾਰ ਦਾ ਚੰਗਾ ਫੈਸਲਾ, ਜਿੱਥੇ ਇਸ ਨਾਲ ਵਪਾਰ ਵਧੇਗਾ। ਲੇਕਿਨ ਇੱਕ ਸਰਕਾਰ ਤੋਂ ਅਸੀਂ ਮੰਗ ਹੋਰ ਵੀ ਕਰਦੇ ਹਾਂ ਕਿ ਜਿੱਥੇ ਬਾਜ਼ਾਰ ਖੋਲ੍ਹੇ ਨੇ ਉੱਥੇ ਹੀ ਪਬਲਿਕ ਟਰਾਂਸਪੋਰਟੇਸ਼ਨ ਵੀ ਚਲਾਈ ਜਾਵੇ, ਤਾਂ ਜੋ ਬਾਜ਼ਾਰਾਂ ਵਿੱਚ ਗਾਹਕੀ ਆ ਸਕੇ। ਇਸ ਨਾਲ ਇਹ ਤਾਂ ਹੈ ਕਿ ਮਾਰਕੀਟ ਖੁੱਲ੍ਹ ਗਈ, ਪਰ ਹਲੇ ਗਾਹਕੀ ਦੀ ਬਹੁਤ ਮੰਦੀ ਹੈ। ਕੀ ਲੱਗਦਾ ਫੈਸਲਾ ਕਿਵੇਂ ਦੇਖਦੇ ਹੋ ਸਰਕਾਰ ਦਾ, ਵੀ ਰਾਹਤ ਮਿਲੂਗੀ? ਕਿਉਂਕਿ ਸ਼ਨੀਵਾਰ ਪਹਿਲਾਂ ਬਿਲਕੁਲ ਮਾਰਕੀਟ ਬੰਦ ਸੀ, ਐਤਵਾਰ ਬੰਦ ਸੀ, ਹੁਣ ਸ਼ਨੀਵਾਰ ਖੋਲ ਦਿੱਤੀ ਹੈ। ਬਿਲਕੁਲ ਇਸ ਨਾਲ ਗਾਹਕੀ ਤੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ, ਪਰ ਉਹੀ ਮੁੜ ਕੇ ਪਬਲਿਕ ਟਰਾਂਸਪੋਰਟ ਜਿੰਨਾ ਚਿਰ ਨਹੀਂ ਚੱਲੇਗੀ ਬਾਜ਼ਾਰਾਂ ਵਿੱਚ ਗਾਹਕ ਨਹੀਂ ਆ ਸਕਦਾ। ਭਾਜੀ, ਕੀ ਲੱਗਦਾ ਫਾਇਦਾ ਕਿੰਨਾ ਹੋਊਗਾ ਜੇ ਸ਼ਨੀਵਾਰ ਵੀ ਦੁਕਾਨਾਂ ਖੋਲ੍ਹਣੀਆਂ? ਕਿਉਂਕਿ ਮਾਰਕੀਟਸ ਬੰਦ ਹੋ ਗਈਆਂ ਸੀ, ਕਾਰੋਬਾਰ ਲੋਕਾਂ ਦੇ ਬੰਦ ਹੋ ਗਏ, ਠੱਪ ਹੋ ਗਏ ਸੀਗੇ। ਦੇਖੋ ਜੀ, ਬਹੁਤ ਅਸੀਂ ਸਰਕਾਰ ਦਾ ਇਸ ਫੈਸਲੇ ਤੋਂ ਅਸੀਂ ਖੁਸ਼ ਹਾਂ। ਜਿਹੜਾ ਇਹਨਾਂ ਨੇ ਸ਼ਨੀਵਾਰ ਖੋਲ੍ਹਿਆ ਉਸ ਨਾਲ ਕੁਝ ਹੱਦ ਤੱਕ ਜਿਹੜੇ ਲੋਕ ਹੈਗੇ ਆ ਆਪਣਾ ਸਮਾਨ ਖਰੀਦ ਸਕਦੇ ਆ। ਉਹੀ ਗੱਲ ਅਗਰ ਟਰਾਂਸਪੋਰਟੇਸ਼ਨ ਖੁੱਲ੍ਹੇਗੀ ਤਾਂ ਮੈਨੂੰ ਲੱਗਦਾ ਹੈ ਕਿ ਵਪਾਰੀਆਂ ਨੂੰ ਜ਼ਿਆਦਾ ਇਸ ਚੀਜ਼ ਦਾ ਫਾਇਦਾ ਹੋ ਸਕਦਾ ਹੈਗਾ। ਫਿਲਹਾਲ ਸ਼ਨੀਵਾਰ ਦੀ ਜਿਹੜੀ ਰਾਹਤ ਦਿੱਤੀ ਉਹਦੇ ਨਾਲ ਫਰਕ ਪਊਗਾ? ਘੱਟੋ ਘੱਟ 25% ਤੱਕ ਤਾਂ ਦੇਖੋ ਜਿਹੜੇ ਲੋਕਲ ਏਰੀਆਜ਼ ਨੇ ਆਪਣੇ ਉੱਥੋਂ ਤੱਕ ਤਾਂ ਫਰਕ ਪਊਗਾ ਜੀ। ਅਗਰ ਟਰਾਂਸਪੋਰਟੇਸ਼ਨ ਅਗਰ ਪਿੰਡਾਂ ਵਾਲਾ ਗਾਹਕ ਇੱਥੇ ਆਊਗਾ ਤਾਂ ਮੈਨੂੰ ਲੱਗਦਾ ਕਿ ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ ਜ਼ਿਆਦਾ ਇਸ ਦੀ ਉਹ ਹੋਏਗੀ ਜੀ। ਬਿਲਕੁਲ, ਰਾਹਤ ਜ਼ਾਹਰ ਤੌਰ ਤੇ ਲੋਕਾਂ ਨੇ ਕਿਹਾ ਕਿ ਰਾਹਤ ਉਹਨਾਂ ਨੂੰ ਮਿਲੀ ਹੈ। ਮਾਰਕੀਟ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿਆਂ ਕਿ ਜਿਹੜੇ ਬਾਜ਼ਾਰ ਨੇ ਉਹ ਖੁੱਲੇ ਨਜ਼ਰ ਆ ਰਹੇ ਨੇ। ਦੁਕਾਨਦਾਰ ਨੇ ਕਿਤੇ ਰਾਹਤ ਦੀ ਸਾਂਸ ਜ਼ਰੂਰ ਲਈ ਹੈ, ਕਿਉਂਕਿ ਇੱਕ ਪਾਸੇ ਕੋਵਿਡ ਦੇ ਮਾਮਲੇ ਘਟ ਰਹੇ ਨੇ, ਮਹਾਮਾਰੀ ਘਟ ਰਹੀ ਹੈ, ਪਰ ਦੂਸਰੇ ਪਾਸੇ ਮਾਰਕੀਟਸ ਖੁੱਲ ਰਹੀਆਂ ਨੇ। ਕਿਉਂਕਿ ਸ਼ਨੀਵਾਰ ਖਾਸ ਤੌਰ ਤੇ ਕੰਮ ਦਾ ਦਿਨ ਹੁੰਦਾ ਸੀ ਇਹਨਾਂ ਦੁਕਾਨਦਾਰਾਂ ਦਾ, ਹੁਣ ਸ਼ਨੀਵਾਰ ਨੂੰ ਵੀ ਖੋਲਣ ਦਾ ਫੈਸਲਾ ਹੈ ਸਰਕਾਰ ਨੇ ਕਰ ਦਿੱਤਾ ਹੈਗਾ। ਟਾਈਮਿੰਗ ਸੀ ਜਿਹੜਾ, ਕਿਉਂਕਿ ਜੇ ਗੱਲ ਕੀਤੀ ਜਾਵੇ ਮੁਕਤਸਰ ਦੀ ਜਾਂ ਬਠਿੰਡਾ ਦੀ, ਤਾਂ 3 ਵਜੇ ਤੋਂ ਬਾਅਦ ਦੁਕਾਨਾਂ ਜਿਹੜੀਆਂ ਬੰਦ ਕਰ ਦਿੱਤੀਆਂ ਸੀ, ਉਸ ਦਾ ਟਾਈਮ 6 ਵਜੇ ਕਰ ਦਿੱਤਾ ਗਿਆ। ਤਮਾਮ ਤਰ੍ਹਾਂ ਦੀਆਂ ਗਾਈਡਲਾਈਨਾਂ ਨੂੰ ਲੈ ਕੇ ਲੋਕ ਹੈ ਜਿਹੜੇ ਫਿਲਹਾਲ ਸਰਕਾਰ ਦਾ ਸਵਾਗਤ ਜ਼ਰੂਰ ਕਰ ਰਹੇ ਨੇ, ਪਰ ਇਹ ਕਹਿ ਰਹੇ ਨੇ ਕਿ ਹਜੇ ਵੀ ਜਿਹੜਾ ਕੰਮ ਕਾਜ ਹੈ ਲੋਕਾਂ ਦਾ ਮੰਦਾ ਹੈ, ਤਾਂ ਕਰਕੇ ਟਰਾਂਸਪੋਰਟੇਸ਼ਨ ਸਿਸਟਮ ਹੈ ਜਿਹੜਾ ਢੋਆ ਢਾਵੀ ਦਾ ਸਮਾਨ ਹੈ ਉਹ ਸ਼ੁਰੂ ਹੋਵੇ। ਕਿਉਂਕਿ ਮਾਰਕੀਟਸ ਨੂੰ ਲੈ ਕੇ ਜਿਹੜਾ ਸਮਾਨ ਦੇ ਢੋਆ ਢਵਾਈ ਹੁੰਦੀ ਹੈ ਉਹ ਕਿਤੇ ਨਾ ਕਿਤੇ ਸ਼ੁਰੂ ਹੋਵੇ, ਤਾਂ ਕਰਕੇ ਮਾਰਕੀਟ ਦੇ ਦੁਆਰੇ ਬਹਾਲੀ ਹੋ ਸਕਦੀ। ਤੇ ਫਿਲਹਾਲ ਲੋਕ ਹਜੇ ਤੱਕ ਸੰਤੁਸ਼ਟ ਨਜ਼ਰ ਆ ਰਹੇ ਸਰਕਾਰ ਦੇ ਇਸ ਫਰਮਾਨ ਦੇ। ਬਿਲਕੁਲ ਸੂਰਜ, ਤਾਂ ਜ਼ਰੂਰ ਸੰਤੁਸ਼ਟੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਦੁਕਾਨਦਾਰਾਂ ਨੂੰ ਰਾਹਤ ਮਿਲੀ ਹੈ। ਅਮਿਤ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ। ਅਮਿਤ, ਦੁਕਾਨਦਾਰਾਂ ਦੀ ਇੱਕ ਇਹੀ ਸ਼ਿਕਾਇਤ ਸੀ ਕਿ ਦੁਪਹਿਰ 3 ਵਜੇ ਤੱਕ ਦਾ ਜਾਂ 4 ਵਜੇ ਤੱਕ ਦਾ ਜਦੋਂ ਸਮਾਂ ਕੀਤਾ ਗਿਆ ਹੈ ਤਾਂ ਗਰਮੀਆਂ ਦੇ ਮੌਸਮ ਦੇ ਵਿੱਚ ਲੋਕ ਬਾਹਰ ਨਹੀਂ ਆਉਂਦੇ, ਸ਼ਾਮ ਦਾ ਸਮਾਂ ਹੋਣਾ ਚਾਹੀਦਾ ਹੈ ਜਾਂ ਫਿਰ ਵੀਕਐਂਡ ਹੋਣਾ ਚਾਹੀਦਾ ਹੈ। ਤਾਂ ਹੁਣ ਦੋਨੋਂ ਚੀਜ਼ਾਂ ਹੋ ਗਈਆਂ ਨੇ, ਸ਼ਾਮ 6 ਵਜੇ ਤੱਕ ਰਿਆਇਤ ਵੀ ਕਰ ਦਿੱਤੀ ਗਈ ਹੈ ਤੇ ਸ਼ਨੀਵਾਰ ਦਾ ਵੀਕਐਂਡ ਲਾਕਡਾਊਨ ਵੀ ਖਤਮ ਕਰ ਦਿੱਤਾ ਗਿਆ ਹੈ। जी बिल्कुल अमरीत, सब तो ज़्यादा जी खुशी की गल है कि सरकार ने जी ढिल दी है, करफ्यू लगाया गया सी जिहड़ा करोना लैके, इस दे विच कई बारी जिम मालकां ने भी सरकार अगे कहा है कि चंगा शरीर की इम्यूनिटी वधांदा, सो उन्हां नूं करोना दे लड़न लई एक जिम जरूर खोलन की इजाजत देनी चाहिए है, जिहड़ा नहीं खोलिया। लेकिन हुण सरकार ने अगले हफ्ते तो जिम खोलन की भी इजाजत दे दी है, क्योंकि जिम मालकां दा हमेशा इहो ही कहना सी कि अगर शराब के ठेके खोल सकते तो फिर जिम क्यों नहीं, क्योंकि जिम के अंदर जिहड़े युवा आते हैं तो वह अपने शरीर नूं सैट रखते हैं, सो करोना नाल लड़न की शक्ति भी मिलती है। सो जिम की तस्वीरां भी तुहानूं दिखाउण की कोशिश करांगे अंदर कि काफ़ी देर बाद जिम खोलिया है, की तैयारियां की जा रही हैं। देख सकते हो सैनिटाइजर, क्योंकि हले अगले हफ्ते तो जिम खुलना है, लेकिन सैनिटाइजेशन किया जा रहा है जिम नूं लैके, क्योंकि काफ़ी देर जिम बंद सी। सो अज इसकी तैयारियां पहला तो, क्योंकि काफ़ी देर तो इंतजार कर रहे सी जिम के मालक, सो अज तो इसकी तैयारियां शुरू कर दी गई हैं। सैनिटाइजेशन किया जा रहा है, कितनी बार सैनिटाइजेशन किया जाएगा, किवें किया जाएगा, की पाबंदी है, क्योंकि सरकार ने जरूर कहा कि जो जिम भी खोलिया जाएगा तो उहदे नाल
ਕੁਝ ਪਾਬੰਦੀਆਂ ਜਿਹੜੀਆਂ ਮਾਸਕ ਵੀ ਜ਼ਰੂਰੀ ਹੋਏਗਾ, ਸੈਨੀਟਾਈਜੇਸ਼ਨ ਵੀ ਕੀਤਾ ਜਾਏਗਾ। ਸੋ ਸਰ ਕਾਫੀ ਦੇਰ ਤੋਂ ਇੱਕ ਜਿਮ ਮਾਲਕਾਂ ਦਾ ਸਰਕਾਰ ਅੱਗੇ ਸੀ ਕਿ ਜਿਹੜਾ ਜਿਮ ਖੋਲੇ ਜਾਣ, ਅੱਜ ਜਿਮ ਖੋਲਣ ਦੀ ਪਰਮਿਸ਼ਨ ਦਿੱਤੀ ਹੈ, ਭਾਵੇਂ ਅਗਲੇ ਹਫਤੇ ਤੋਂ ਖੁੱਲ੍ਹਣੇ ਆ। ਕੀ ਤੁਹਾਡੇ ਵੱਲੋਂ ਸਰਕਾਰ ਦੀ ਜੇ ਦਿਸ਼ਾ ਨਿਰਦੇਸ਼ ਉਹਨਾਂ ਦੀ ਪਾਲਣਾ ਕੀਤੀ ਜਾਏਗੀ, ਕੀ ਕੀਤਾ ਜਾਏਗਾ? ਸਰ ਬੜੀ ਖੁਸ਼ੀ ਦਾ ਮਾਹੌਲ ਹੈਗਾ। ਆਪਾਂ ਮਤਲਬ ਜਿਮ ਸਰਕਾਰ ਨੇ ਖੋਲਣ ਦੀ ਇਜਾਜ਼ਤ ਦਿੱਤੀ ਹੈ ਤੇ ਆਪਾਂ ਮਤਲਬ ਸੈਨੀਟਾਈਜੇਸ਼ਨ ਪ੍ਰੋਪਰ ਕਰਵਾ ਰਹੇ ਹਾਂ। ਜਿਮ ਦੀ ਤੁਸੀਂ ਵੇਖ ਹੀ ਰਹੇ ਹੋ ਤੇ ਬਹੁਤ ਵਧੀਆ, ਬਹੁਤ ਖੁਸ਼ੀ ਦਾ ਮਾਹੌਲ ਹੈ। ਨੈਕਸਟ ਵੀਕ ਤੋਂ ਖੁੱਲ ਰਹੇ। ਸਰ ਸੈਨੀਟਾਈਜੇਸ਼ਨ ਜਦੋਂ ਜਿਮ ਖੋਲੇਗਾ, ਮਾਸਕ ਵੀ ਆਪਣੇ ਜਿਹੜੇ ਯੁਵਾ ਜਿਹੜੇ ਆਉਂਦੇ ਇੱਥੇ ਉਹਨਾਂ ਨੂੰ ਮਾਸਕ ਵੀ ਜ਼ਰੂਰੀ ਕੀਤੇ ਗਏ। ਕਿੰਨੀ ਵਾਰ ਸੈਨੀਟਾਈਜੇਸ਼ਨ ਕਰਾਓਗੇ? ਕਿੰਨੇ ਤੋਂ ਕਿੰਨੇ ਜਿਮ ਖੁੱਲਦੇ ਆ, ਉਸ ਤੋਂ ਬਾਅਦ ਕਿੰਨੀ ਵਾਰ ਸੈਨੀਟਾਈਜੇਸ਼ਨ ਕਰਾਓ? ਆਪਾਂ 3 ਵਾਰੀ ਰੱਖਿਆ ਦਾ ਸੈਨੀਟਾਈਜੇਸ਼ਨ ਦਾ, ਜਿਵੇਂ ਹੁਣ ਕਰਵਾ ਰਹੇ ਹਾਂ। ਤੇ ਨੈਕਸਟ ਵੀਕ ਤੋਂ ਮਤਲਬ ਉਹ ਰੱਖਾਂਗੇ, ਮਾਸਕ ਵੀ ਕੰਪਲਸਰੀ ਰੱਖਾਂਗੇ ਕਲਾਇੰਟਸ ਲਈ। ਤੇ ਬਾਕੀ ਜਿਹੜੇ ਮੇਰੇ ਵਰਕਰਸ ਹੈਗੇ ਸਾਰੇ ਪ੍ਰੋਪਰ ਸੈਨੀਟਾਈਜ਼ਡ ਹੈਗੇ, ਵੈਕਸੀਨੇਟਡ ਹੈਗੇ ਤੇ ਬਹੁਤ ਵਧੀਆ ਸਰ ਜੀ। ਕਿੰਨੀ ਦੇਰ ਬਾਅਦ ਜਿਮ ਖੁੱਲ ਰਿਹਾ ਹੈ? ਕਿਉਂਕਿ ਕਾਫੀ ਇੱਛਾ ਸੀ, ਪ੍ਰੋਟੈਸਟ ਵੀ ਕੀਤੇ ਗਏ ਜਿਮ ਮਾਲਕਾਂ ਵੱਲੋਂ ਕਿ ਜਿਮ ਖੋਲੇ ਜਾਣ, ਕਿਉਂਕਿ ਸ਼ਰਾਬ ਦੇ ਠੇਕੇ ਖੁੱਲੇ ਸੀ। ਇੱਕੋ ਗੱਲ ਸੀ, ਸ਼ਰਾਬ ਦੇ ਠੇਕੇ ਖੁੱਲੇ, ਫਿਰ ਜਿਮ ਕਿਉਂ ਬੰਦ ਹੈ? ਹੁਣ ਕਿੰਨੀ ਦੇਰ ਬਾਅਦ ਜਿਮ ਖੁੱਲਣ ਜਾ ਰਹੇ? ਜਿਮ ਤਾਂ ਸਰ 3-4 ਮਹੀਨੇ ਬਾਅਦ ਖੁੱਲ ਰਹੇ ਆ ਤੇ ਚਲੋ ਜੋ ਵੀ ਹੋਇਆ ਵਧੀਆ ਹੁਣ ਹੋ ਰਿਹਾ। ਤੇ ਹੁਣ ਤਾਂ ਸਾਡਾ ਫੋਕਸ ਇਹੀ ਹੈਗਾ ਕਿ ਚਲੋ ਜਿਮ ਖੁੱਲਣ ਤੇ ਵਧੀਆ ਆਪਾਂ ਹੁਣ ਅੱਗੇ ਕੰਮ ਚਲਾਈਏ। ਸੋ ਬਿਲਕੁਲ ਜਿਮ ਖੁੱਲਣ ਦੀ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ, ਲੇਕਿਨ ਅਗਲੇ ਹਫਤੇ ਤੋਂ ਜਿਮ ਖੋਲਨੇ ਆ। ਲੇਕਿਨ ਤਿਆਰੀਆਂ ਅੱਜ ਤੋਂ ਹੀ ਜਿਮ ਮਾਲਕਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ, ਕਿਉਂਕਿ ਕਾਫੀ ਦੇਰ ਤੋਂ ਇੰਤਜ਼ਾਰ ਸੀ ਜਿਮ ਖੋਲੇ ਜਾਣ। ਸੋ ਸਰਕਾਰ ਦਾ ਜਿਵੇਂ ਹੀ ਆਦੇਸ਼ ਆਇਆ ਤੇ ਅੱਜ ਤੋਂ ਹੀ ਸੈਨੀਟਾਈਜੇਸ਼ਨ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਸੈਨੀਟਾਈਜੇਸ਼ਨ ਕੀਤਾ ਜਾ ਰਿਹਾ ਤੇ ਹੁਣ ਲਗਾਤਾਰ ਇਸ ਦੀ ਤਿਆਰੀ ਕੀਤੀ ਜਾਏਗੀ। ਜਿਮ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾਏਗਾ ਅਤੇ ਜਿਮ ਜਦੋਂ ਖੁੱਲੇਗਾ ਉਸ ਤੋਂ ਬਾਅਦ ਵੀ ਦਿਹਾੜੀ 'ਚ ਦਿਨ 'ਚ 3 ਵਾਰੀ ਘੱਟੋ ਘੱਟ ਸੈਨੀਟਾਈਜ਼ ਕੀਤਾ ਜਾਏਗਾ ਅਤੇ ਜਿਹੜੇ ਵੀ ਯੁਵਾ ਆਉਗੇ ਉਹਨਾਂ ਨੂੰ ਮਾਸਕ ਵੀ ਇੱਥੇ ਪ੍ਰੋਵਾਈਡ ਕੀਤਾ ਜਾਏਗਾ। ਮਾਸਕ ਵੀ ਜ਼ਰੂਰੀ ਕੀਤਾ ਜਾਏਗਾ ਕਿ ਮਾਸਕ ਜ਼ਰੂਰ ਲਗਾ ਕੇ ਆਓ। ਸਾਵਧਾਨੀ ਬੇहद ਜ਼ਰੂਰੀ ਹੈ। ਬੇਸ਼ੱਕ ਅਗਲੇ ਹਫਤੇ ਤੋਂ ਜਿਮ ਅਤੇ ਰੈਸਟੋਰੈਂਟ ਖੁੱਲਣ ਜਾ ਰਹੇ ਨੇ, ਪਰ ਉਸ ਦੇ ਲਈ ਵੀ ਕਈ ਸ਼ਰਤਾਂ ਜੋ ਹੈ ਉਹ ਸਰਕਾਰ ਨੇ ਕਿਹਾ ਹੈ ਕਿ ਮੰਨਣੀਆਂ ਜ਼ਰੂਰੀ ਨੇ। ਫਿਲਹਾਲ ਅਮਿਤ ਸ਼ੁਕਰੀਆ ਇਸ तमाम ਜਾਣਕਾਰੀ ਲਈ। ਸੂਰਜ ਪਾਨ ਸਾਡੇ ਸਹਿਯੋਗੀ ਜੁੜੇ। ਸੂਰਜ ਤੁਹਾਡਾ ਵੀ ਸ਼ੁਕਰੀਆ। ਜਲੰਧਰ ਦਾ ਹਾਲ ਦੱਸਿਆ ਸੁਰਿੰਦਰ ਕੰਬੋਜ ਨੇ। ਸੁਰਿੰਦਰ ਤੁਹਾਡਾ ਵੀ ਸ਼ੁਕਰੀਆ। ਤਾਂ ਫਿਲਹਾਲ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦੁਕਾਨਦਾਰਾਂ ਦਾ ਕਿਸ ਤਰ੍ਹਾਂ ਦਾ ਜੋ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ, ਤੁਸੀਂ ਸੁਣਿਆ ਕਿ ਲੋਕ ਰਾਹਤ ਮਹਿਸੂਸ ਕਰ ਰਹੇ ਨੇ। ਲੋਕ ਕਹਿ ਰਹੇ ਨੇ ਕਿ ਬੜੀ ਖੁਸ਼ੀ ਦੀ ਗੱਲ ਹੈ, ਬੜੀ ਰਾਹਤ ਦੀ ਗੱਲ ਹੈ ਕਿ ਇੰਨੇ ਲੰਬੇ ਸਮੇਂ ਬਾਅਦ ਦੁਕਾਨਾਂ ਦਾ ਸਮਾਂ ਬਦਲਿਆ ਹੈ। ਹੁਣ ਸ਼ਾਮ ਤੱਕ ਦੁਕਾਨਾਂ ਦਾ ਸਮਾਂ ਹੋਣ ਦੇ ਨਾਲ ਇੱਕ ਰਾਹਤ ਜ਼ਰੂਰ ਹੈ ਕਿ ਗਾਹਕ ਉਹਨਾਂ ਦੇ ਕੋਲ ਵੱਧ ਆਉਣਗੇ ਤੇ ਨਾਲ ਹੀ ਜਿਮ ਮਾਲਕਾਂ ਨੇ ਵੀ ਤਿਆਰੀ ਸ਼ੁਰੂ ਕਰ ਲਈ ਹੈ। ਬੇਸ਼ੱਕ ਅਗਲੇ ਹਫਤੇ ਤੋਂ ਸਰਕਾਰ ਨੇ ਕਿਹਾ ਹੈ ਕਿ ਜਿਮ ਅਤੇ ਰੈਸਟੋਰੈਂਟ ਖੋਲੇ ਜਾ ਸਕਦੇ ਨੇ, ਪਰ ਤਿਆਰੀ ਹੁਣ ਤੋਂ ਹੀ ਸ਼ੁਰੂ ਹੋ ਗਈ ਹੈ।